ਸਤਿਗੁਰ ਕੀ ਜਿਸਨੂੰ ਮਤਿ ਆਵੈ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ। ਨਿਜ ਘਰ ਵਾਸਾ ਹੋਏ ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ ਅਮੈ ਸਰੋਵਰ ਪਾਗਾ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ ਅਮੈ ਸਰੋਵਰ ਪਾਗਾ। ਤੇਰਾ ਜਨ ਰਾਮ ਨਾਮ ਰੰਗ ਜਾਗਾ। ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ। ਰਹਾਉ ਜਹ ਜਹ ਪੇਖੋ ਤਹ ਨਾਰਾਇਣ। ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ। ਤਿਆਗੇ ਸਭ ਅਨੁਰਾਗਾ। ਜਹ ਜਹ ਪੇਖੋ ਤਹ ਨਾਰਾਇਣ। ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ। ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ੇ ਹੋਏ ਇਸ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਆਪਣੇ ਦਰਸ਼ਨ ਕਰਦੇ ਹਾਂ, ਹਾਜ਼ਰੀਆਂ ਭਰਦੇ ਹਾਂ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤੇ ਨੇ। ਹੁਣ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਉਸ ਹਰੀ ਦੇ ਮੰਦਰ ਰੱਬ ਦੇ ਘਰੋਂ ਜਿਹੜੀ ਆਵਾਜ਼ ਆਈ, ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼, ਸੁਣੇ ਸਭ ਪੰਥ, ਪਾਵਨ ਸ਼੍ਰੀ ਮੁਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਦੇਸ਼ਾਂ ਵਿਦੇਸ਼ਾਂ ਦੀ ਸੰਗਤ ਇਸ ਕਲਯੁਗ ਦਾ ਇਹ ਜਿਹੜਾ ਕਰਾਮਾਤੀ ਰੂਪ ਹੈ ਕਿ ਦੁਨੀਆ ਦੇ ਹਰ ਕੋਨੇ ਵਿੱਚ ਬੈਠਾ ਜਿਹੜਾ ਜਗਿਆਸੂ ਸਿੱਖ ਹੈ ਉਹ ਜੁੜ ਚੁੱਕਿਆ ਹੈ। ਜਦੋਂ ਇੱਥੋਂ ਹਾਜ਼ਰੀ ਭਰ ਕੇ ਉੱਠੀਦਾ, ਪਤਾ ਨਹੀਂ ਹੁੰਦਾ ਕਿਹੜੇ ਕਿਹੜੇ ਮੁਲਕ ਤੋਂ ਕੌਣ ਕੌਣ ਟੀਵੀ ਦੀ ਫੋਟੋ ਖਿੱਚ ਕੇ ਸਕਰੀਨ ਸ਼ਾਟ ਲੈ ਕੇ YouTube ਦੇ ਉਹ ਤੁਹਾਨੂੰ ਭੇਜਦਾ ਹੈ। ਇਹਦਾ ਅਰਥ ਇਹ ਹੈ ਕਲਯੁਗ ਬਹੁਤ ਮਾੜਾ ਹੈ। ਅਸੀਂ ਡੰਡਾ ਚੁੱਕਿਆ ਹੋਇਆ ਹੈ, ਸਿਰ ਪਾੜ ਕੇ ਛੱਡਾਂਗੇ ਇਹਦਾ, ਲੱਭ ਜਾਏ ਸਹੀ ਕਿਤੇ। ਪਰ ਇਹਦੀਆਂ ਜਿਹੜੀਆਂ ਕਰਾਮਾਤਾਂ ਨੇ ਉਹਦੇ ਪ੍ਰਤੀ ਕਦੇ ਕਿਹਾ ਕਿ ਨਹੀਂ ਭਾਈ ਕਲਯੁਗ ਮਾੜਾ ਨਹੀਂ ਹੈ, ਮਾੜੇ ਅਸੀਂ ਹਾਂ। ਜਦੋਂ ਅਸੀਂ ਚੰਗੇ ਹੋ ਜਾਂਦੇ ਹਾਂ ਤੇ ਯੁੱਗ ਵੀ ਚੰਗਾ ਹੋ ਜਾਂਦਾ ਹੈ। ਤੁਸੀਂ ਵੇਖਿਆ ਹੀ ਹੈ ਜਿੱਥੇ ਭਲੇ ਲੋਕ ਰਹਿੰਦੇ ਹੋਣ ਉਹ ਨਗਰੀ ਸਤਿਯੁਗ ਹੈ, ਜਿੱਥੇ ਬੁਰੇ ਲੋਕ ਰਹਿੰਦੇ ਹੋਣ ਉਹ ਨਗਰੀ ਕਲਯੁਗ ਹੈ। ਤਾਂ ਹੀ ਤਾਂ ਸਤਿਗੁਰੂ ਜੀ ਨੇ ਬਚਨ ਆਖੇ ਸਨ, ਮਾੜਿਆਂ ਦੇ ਪ੍ਰਤੀ ਵਸਦੇ ਰਹੋ ਭਾਈ, ਇੱਥੇ ਹੀ ਰਹੋ। ਜਿੱਥੇ ਜਾਓਗੇ
ਉਹਨਾਂ ਨੂੰ ਵੀ ਮਾੜੇ ਬਣਾਓਗੇ। ਚੰਗਿਆਂ ਨੂੰ ਕਿਹਾ ਸੀ ਤੁਸੀਂ ਉਜੜੋ, ਤੁਸੀਂ ਜਿੱਥੇ ਜਾਓਗੇ ਸਾਰਿਆਂ ਨੂੰ ਚੰਗਾ ਬਣਾਉਣ ਦਾ ਯਤਨ ਕਰੋਗੇ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਅੱਜ ਤਨਾਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਪਾਵਨ ਪਵਿੱਤਰ ਹੁਕਮਨਾਮਾ ਜੋ 682 ਅੰਗ ਤੇ ਸ਼ੋਭਤ ਹੈ, ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਜੇ ਅਸੀਂ ਉਸਾਰੂ ਸੋਚੀਏ ਤੇ ਗੱਲ ਅੱਗੇ ਨਾਲੋਂ ਵਧੀ ਹੈ। ਗੁਰਦੁਆਰੇ ਆਉਣਾ, ਹੁਕਮਨਾਮਾ ਸੁਣਨਾ ਜਾਂ ਇੰਟਰਨੈਟ ਤੋਂ ਲੱਭਣਾ, ਫਿਰ ਦੂਜਿਆਂ ਨੂੰ ਵੀ ਪ੍ਰੇਰਣਾ ਕਿ ਤੁਸੀਂ ਵੀ ਸੁਣੋ। ਅੱਜ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਸਾਨੂੰ ਕੀ ਉਪਦੇਸ਼ ਮਿਲੇ। ਹੋਰ ਅੱਛਾ ਹੋਇਆ ਕਿ ਉਹਦੇ ਅਰਥ ਬੋਧ ਜਾਣਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਮਾਂ ਨਿਰਧਾਰਿਤ ਵੀ ਕੀਤਾ ਔਰ ਇਹ ਪ੍ਰਬੰਧ ਵੀ ਕੀਤਾ ਕਿ ਇਸ ਵਕਤ ਪੂਰੀ ਦੁਨੀਆ ਇਹਦੇ ਨਾਲ ਜੁੜ ਸਕੇ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ। ਜਿੰਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ, ਇਸ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਰਾਗ ਤਨਾਸਰੀ ਹੈ। ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਹੈ, ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ। ਦਾਤੇ ਦਾ ਅਰਥ ਦੇਣ ਵਾਲਾ। ਪ੍ਰਾਣ ਪਤ ਦਾ ਅਰਥ ਹੈ ਪ੍ਰਾਣਾ ਦਾ ਪਤੀ। ਜਿਹਦੇ ਲੜ ਦੁਨਿਆਵੀ ਤੌਰ ਤੇ ਬੱਚੀ ਲੱਗਦੀ ਹੈ, ਉਹ ਪ੍ਰਾਣਪਤ ਨਹੀਂ ਹੈ। ਉਹਨੂੰ ਸੰਗਿਆ ਕੇਵਲ ਪਤੀ ਦੀ ਦਿੱਤੀ ਹੈ। ਧਨ ਭੇਰੇ ਨਾ ਆਖੀਐ ਬਹਿ ਨਹੀਂ ਇਕੱਠੇ ਹੋਏ, ਬੜੇ ਸ਼ਬਦ ਨੇ ਇਸ ਤਰ੍ਹਾਂ ਦੇ। ਉਹਨੂੰ ਕੰਤ ਕਿਹਾ, ਭਰਤਾ ਕਿਹਾ, ਪਤੀ ਕਿਹਾ, ਖਸਮ ਵੀ ਕਿਹਾ। ਪਰ ਇੱਥੇ ਸਤਿਗੁਰੂ ਜਦੋਂ ਸਾਨੂੰ ਅਧਿਆਤਮਕ ਉਪਦੇਸ਼ ਦਿੰਦੇ ਨੇ ਤਾਂ ਸਮਝਾਉਂਦੇ ਨੇ ਕਿ ਬੰਦਿਆ, ਇਹ ਜਿਹੜਾ ਸਰੀਰ ਹੈ ਇਹ ਕੇਵਲ ਇੱਕ ਭਾਂਡਾ ਹੈ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਇੱਕ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਬਣੇ, ਸੋਹਣੇ ਵੀ ਬਣੇ, ਬਦਸੂਰਤ ਵੀ ਬਣੇ, ਪਰ ਜਿਹੜੀ ਜਿੰਦ ਹੈ, ਜਿਹੜੀ ਤੂੰ ਪੂੰਜੀ ਲੈ ਕੇ ਆਇਆ, ਜਿਹੜੀ ਤੂੰ ਰਾਸ ਲੈ ਕੇ ਆਇਆ, ਤੇਰੇ ਕੋਲ ਸਮੱਗਰੀ ਅੱਖਾਂ ਦੀ ਨਹੀਂ ਹੈ,
ਨਾ ਕੰਨਾਂ ਦੀ ਹੈ, ਨਾ ਹੱਥਾਂ ਦੀ ਹੈ, ਨਾ ਪੈਰਾਂ ਦੀ ਹੈ। ਅਸਲ ਵਿੱਚ ਜਿਹੜੀ ਤੇਰੀ ਧਨ ਦੌਲਤ ਹੈ ਉਹ ਤੇਰੇ ਪ੍ਰਾਣ ਨੇ, ਸਵਾਸ ਨੇ। ਹਮ ਆਦਮੀ ਹਾਂ ਇੱਕਦਮੀ। ਅਸੀਂ ਆਦਮੀ ਹੀ ਇਸ ਕਰਕੇ ਆ ਕਿ ਦਮ ਆਉਂਦਾ ਹੈ। ਜਦੋਂ ਦਮ ਨਹੀਂ ਆਉਂਦਾ ਤਾਂ ਫਿਰ ਕਹਿ ਦਿੱਤਾ ਜਾਂਦਾ ਹੈ ਕਿ ਇਹ ਮ੍ਰਿਤਕ ਹੈ। ਮ੍ਰਿਤਕਾ ਦਾ ਜਿਹੜਾ ਅਰਥ ਹੈ ਉਹ ਮੌਤ ਨਹੀਂ ਹੈ, ਉਹ ਮਿੱਟੀ ਹੈ। ਜੇ ਸਵਾਸ ਚੱਲਦੇ ਨੇ ਤਾਂ ਆਦਮੀ ਹੈ, ਜੇ ਸਵਾਸ ਬੰਦ ਹੋ ਗਏ ਤੇ ਮ੍ਰਿਤਕ ਹੈ। ਬਜ਼ੁਰਗ ਅੱਜ ਵੀ ਕਹਿੰਦੇ ਨੇ ਭਾਈ ਹੁਣ ਤਾਂ ਮਿੱਟੀ ਹੈ, ਇਹਨੂੰ ਜਿੱਥੇ ਮਰਜ਼ੀ ਸੰਭਾਲ ਦਿਓ। ਔਰ ਇਹ ਗੱਲ ਗੁਰਬਾਣੀ ਨੇ ਸਮਝਾਈ ਵੀ ਹੈ ਕਿ ਜੋ ਮ੍ਰਿਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਵਣ ਫਲ ਪਾਵੇ। ਹੁਣ ਮ੍ਰਿਤਕ ਨੂੰ, ਮਿੱਟੀ ਨੂੰ, ਡੈੱਡ ਬਾਡੀ ਨੂੰ ਚੰਦਨ ਚੜਾਓ ਤੁਸੀਂ, ਕੀ ਫਲ ਮਿਲੇਗਾ? ਕੋਈ ਫਲ ਨਹੀਂ ਹੈ। ਜੋ ਮ੍ਰਿਤਕ ਕੋ ਬਿਸ਼ਟਾ ਮਾਹਿ ਰੁਲਾਈ, ਤੇ ਜੇ ਤੁਸੀਂ ਉਹਨੂੰ ਮਰੇ ਸਰੀਰ ਨੂੰ ਗੰਦਗੀ ਵਿੱਚ ਸੁੱਟ ਦਿਓ। ਜੋ ਮ੍ਰਿਤਕ ਕੋ ਬਿਸ਼ਟਾ ਮਾਹਿ ਰੁਲਾਈ, ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਤੋ ਮ੍ਰਿਤਕ ਕਾ ਕਿਆ ਘਟ ਜਾਈ। ਤਾਂ ਕੀ ਫਰਕ ਹੈ? ਕੋਈ ਫਰਕ ਨਹੀਂ ਹੈ। ਇਹ ਜਿਹੜੀ ਦੁਨੀਆ ਹੈ ਇਹ ਜੀਵਤ ਲਓ ਵਿਵਹਾਰ ਹੈ। ਇਹ ਜਗ ਜਿਉਂਦਿਆਂ ਦੇ ਮੇਲੇ ਨੇ। ਜਦੋਂ ਕਿਸੇ ਪ੍ਰਾਣੀ ਨੇ ਚਲੇ ਜਾਣਾ ਹੈ ਫਿਰ ਉਹਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ, ਨਾ ਘਰ ਨਾਲ ਨਾ ਪਰਿਵਾਰ ਨਾਲ। ਅਜੇ ਘਰ ਪਰਿਵਾਰ ਦਾ ਹੈ ਕਿ ਅਜੇ ਉਹਦੀ ਫੋਟੋ ਲੱਗੀ ਹੋਈ ਹੈ। ਕੋਈ ਆਵੇ ਪੁੱਛਦਾ ਇਹ ਕੌਣ ਹੈ? ਇਹ ਸਾਡੇ ਪਿਤਾ ਜੀ ਸਨ, ਪਰ ਉਹਦਾ ਕੋਈ ਸੰਬੰਧ ਨਹੀਂ ਹੈ। ਪਰ ਕਦੇ ਕਦੇ ਮਾਈਆਂ ਜੋੜ ਦਿੰਦੀਆਂ ਨੇ। ਬਜ਼ੁਰਗ ਚਲਾ ਗਿਆ, 2 4 6 ਮਹੀਨਿਆਂ ਬਾਅਦ ਘਰ ਪੋਤਰਾ ਆ ਗਿਆ, ਲੈ ਬਾਪੂ ਤੇ ਮੋੜ ਆਇਆ। ਵੀ ਮੋੜ ਆਇਆ ਤੇ ਬਹਿ ਜਾਓ ਸਾਰੇ ਘੁੰਡ ਕੱਢ ਕੇ। ਫਿਰ ਜੇ ਬਾਪੂ ਆ ਗਿਆ ਹੈ ਤੇ ਬੈਠੋ ਫਿਰ ਸਾਰੇ ਪਰਦਾ ਕਰਕੇ। ਉਹ ਕੀ ਹੈ? ਉਹ ਸਿਰਫ ਮਨ ਨੂੰ ਸਮਝਾਉਣ ਦੀਆਂ ਗੱਲਾਂ ਨੇ। ਇਹ ਸਿਰਫ ਇੱਕ ਹਾਸੋਹੀਣਾ ਇੱਕ ਸਾਡਾ ਢੰਗ ਹੈ ਆਪਣੇ ਆਪ ਨੂੰ ਖੁਸ਼ ਫਹਿਮੀਆਂ 'ਚ ਰੱਖਣਾ, ਆਪਣੇ ਆਪ ਨੂੰ ਗਲਤ ਫਹਿਮੀਆਂ ਦੇ ਵਿੱਚ ਪਾਲਦੇ ਰਹਿਣਾ। ਸੋ ਇਸ ਕਰਕੇ ਅੱਜ ਹਰ ਵਿਅਕਤੀ ਨੂੰ ਪੁੱਛੋ, ਉਹ 1-2 ਗੱਲਾਂ ਤੁਹਾਨੂੰ ਕਹੇਗਾ। ਕੋਈ ਕਹਿੰਦਾ ਜੀ ਮੈਂ ਬੜਾ ਲੱਕੀ ਹਾਂ, ਮੈਂ ਬੜਾ ਖੁਸ਼ਕਿਸਮਤ ਹਾਂ। ਕੋਈ ਕਹਿੰਦਾ ਜੀ ਮੈਂ ਬੜਾ ਬਦਕਿਸਮਤ ਹਾਂ। ਕੋਈ ਕਹਿੰਦਾ ਮੈਂ ਖੁਸ਼ਕਿਸਮਤ ਹਾਂ, ਕੋਈ ਕਹਿੰਦਾ ਮੈਂ ਬਦਕਿਸਮਤ ਹਾਂ, ਕੋਈ ਕਹਿੰਦਾ ਮੈਂ ਲੱਕੀ ਹਾਂ, ਕੋਈ ਕਹਿੰਦਾ ਕਿ ਨਹੀਂ ਮੇਰੇ ਤਾਂ ਭਾਗ ਬੜੇ ਮਾੜੇ ਨੇ। ਹੁਣ ਇਹ ਸਾਰਾ ਕੁਝ ਕੀ ਹੈ? ਇਹ ਅਧੂਰਾ ਤੇ ਉਦਾਰਾ, ਇਹ ਗਿਆਨ ਹੈ। ਅਧੂਰਾ ਇਸ ਕਰਕੇ ਹੈ ਵੀ ਪੂਰਾ ਨਹੀਂ ਹੈ, ਉਦਾਰਾ ਇਸ ਕਰਕੇ ਵੀ ਆਪਣਾ ਤੇ ਕੋਈ ਤਜਰਬਾ ਹੈ ਨਹੀਂ, ਆਪਣੀ ਖੋਜ ਪੜਤਾਲ ਤਾਂ ਕੋਈ ਹੈ ਨਹੀਂ, ਆਪਣੀ ਕੋਈ ਸਾਧਨਾ ਤੇ ਹੈ ਨਹੀਂ ਕਿ ਮਨੁੱਖ ਕਵੇ ਜੀ ਇਹ ਗੱਲ ਮੇਰੇ ਤਜਰਬੇ 'ਚੋਂ ਆਈ ਹੈ ਜਾਂ ਸੁਣੀ ਸੁਣਾਈ ਹੈ, ਤੇ ਜਾਂ ਫਿਰ ਐਵੇਂ ਅੱਧੀ ਪਚੱਧੀ ਹੈ। ਹਰ ਬੰਦਾ ਹੀ ਕਹੀ ਜਾਂਦਾ ਜੀ ਮੈਂ ਤਾਂ ਬਦਕਿਸਮਤ ਹਾਂ। ਸਾਈ ਤੁਲਸੀਦਾਸ ਕਹਿੰਦੇ ਨੇ ਕਿ ਵੱਡੇ ਭਾਗ ਮਾਨਸ ਤਨ ਪਾਵਾ। ਬੰਦਿਆ ਤੇਰੇ ਬੜੇ ਹੀ ਵੱਡੇ ਭਾਗ ਨੇ
कि तू मनुख बने। बहुत वड्डी खुशकिस्मती है तेरी कि तैनू मनुखी जामा मिले है, क्योंकि चार पाम दोए सिंह गुंग मुख तब कैसे गुन गई है। उठत बैठत ठेंगा पर है। जदों तू पशु बन गया, चार पैर दो सिंह होणगे, मूँह गूंगा होएगा, किवें रब दे गुण गाएगा बई। उठदियां बहंदियां जिहड़ा मालक तेनू चारा पट्ठे पाएगा, वो कम वास्ते डंडा भी मारेगा। उठत बैठत ठेंगा पर है, तब कत मूंड लुकोई है। उदों अपनी पूछ कित्थे लुकोएगा तू। जिन्ना चिर असी मनुखा जामे चा ते साडा नक नहीं सूत आउंदा, पर जदों पशु बन जाइए महाराज कहते फिर पूछ ही बचदी, नक ते हुंदा ही नहीं गा। टूटे नाकन फूटे कांधन कोदू को पुसकई है। नक चो अगले नकेल पा देंदे ने, गल विच पंजाली पा देंदे ने, गड्डे दा जूला पा देंदे ने। मोढे दे उत्तों मास जिहड़ा है वो कुल्ला जिहा बन के फट जाता है। टूटे नाकन फूटे कांधन कोदू को पुसकई है। फिर जवां दी तूड़ी खाएगा। चंगे भले 36 प्रकार के पदार्थ खांदा भी कहता मैं बदकिस्मत हाँ। और दुख की गल यह है कि गुरुद्वारे आके कहता मैं बदकिस्मत हाँ। वड्डे भाग भेटे गुरदेवा, कोट पराध मिटे हर सेवा। संगत विच बह के आदमी कही जाते हैं जी मेरी तो किस्मत ही माड़ी है। वड भागी हर संगत पावें, भागहीन भरम चोटा खावें। देखो ये गल तो विद्वाना ने समझाई है ना भी रोगियां ते भोगियां दा हाल तो इको जिहा ही है। भोगी भी सवेरे सुते होंदे ने, रोगी भी सुते होंदे ने, ते गुरसिख जोगी जागदे। जिहड़े रब दे प्यारे ने वो सवेरे उठ पैंदे ने। भाई मैनू कई बारी मन करता भी बोलिया जाए, कई बारी कहा जाता भी नहीं मैं किहड़ा आप ब्रह्म ज्ञानी है। पर जो मेरी कौम दी मेरे पंथ दी हालत बन गई है, कोई गुरुद्वारा नहीं जिहदे बारे नहीं कहा जाता कि इत्थे आओगे तो ये मिलेगा। कोई पाठ नहीं बचिया भी ये करोगे तो ये मिलेगा। कोई सेवा नहीं बची। हुण ते गुरुद्वारे भी लोग जिहड़ी दाल लैके आउंदे ने वो वीरवार छोलियां दी लियाउंदे ने पीले रंग दी, ते शनिचरवार काली लियाउंदे ने मां दी। हुण ते आटा दाल भी नहीं बची भी किसी गुरुद्वारे एवें चढ़ा दिओ तुसीं। वो भी पुछना पैंदा भी अज किहड़ा दिन है। चौल आटा खंड ये सोमवार लैके आउंदे ने, हरियां सब्जियां मंगलवार लैके आउंदे ने। मैनू माफ़ कर देना। इसे करके महाराज ने कहा सी कुकेंदियां चुगेंदियां मत्ती देंदियां नित जो शैतान वंझाया, ये शैतान दे वंझाए होए असीं। रहिंदी खुंदी कसर उदों निकल जाती जदों गुरुद्वारे जाके असीं होमवर्क शुरू कर दिंदे आ। फटाफट गुटका कढ़िया ते पाठ शुरू करता। हुण इहदा अर्थ की है? इहदा अर्थ है भी जो इत्थे हो रहा है मैं नहीं सुनना, मैं पार्टिसिपेट नहीं करना ना। मेरा तुहाडे नाल कोई लेना देना नहीं है। मैं तो अपना ही पाठ पढ़ांगा। मैं ये गल अपनी नानी माँ तो सुनी सी कि चोरां दा परिवार सी, ते जदों उन्हां दे परिवार दा नवां बच्चा अपनी किरत शुरू करन लगा। हुण किरत की है? चोरी करनी सी, होर की करना सी।
उन्होंने छोटा मोटा फंक्शन किया होना, सारे चोर इकट्ठे होए होने ने बरादरी। पर जिहड़ी घर दी बजुर्ग माता सी उन्हें कहा भी मैं काके नाल गल करनी है, काका उरे आ। उन्हें सोचा भी दादी आशीर्वाद देगी ਜਾਂ मेरे दादे नाल इन्हें भी माल संभालिया होना, कोई ढंग दसेगी। कहन लगी पुत्र ये कम ना कर, मैं तेरे पड़दादे नूं भी वेखिया, जदों दी मैं विआही आई हाँ इहो कुछ ही चलदा है, पर तू ये कम ना कर। बच्चा कहंदा भी मां जद्दी पुछती काम किवें छड्ड दिया। कहन लगी फिर एक गल मेरी मन्नेगा, जे तू इसे रस्ते जाना है फिर एक गल मेरी मन लै। पुछया कि? आख्या कि जिथे सतसंग होवे उथे ना जावी, जिथे संगत होवे ना उथे ना जाई। पर हुण की करोगे? हुण तां संगत विच भी झूठ बोलिया जाता है, और बोलण वाला मुख झूठ बभूखण सारंग। जिवें भैणां गहणे पा के अपने आप नूं सोहना बनाउण दा यतन करदियां ने, अज प्रचारक इदां करदे ने, सोहना जिहा मूँह बना लैंदे ने झूठ बोल बोल के। बाहर गुरुद्वारे दे खरबूजे वेचदा सी, उहनूं पुछया भी खरबूजे मिठे क्यों ने? कहंदा जी अंदरों बाणी तुरी आउंदी है। हुण सानूं लगदा भी गल ते बड़ी वड्डी कीती इहने प्रचारक ने। पर आपां इदां बाणी दा प्रचार करांगे, इदां महानता दसांगे भी बाणी दी महानता खरबूजे मिठे करदी है। प्रबंधक तो मिठे होए नहीं, बाहर खरबूजे रेहड़ी ते मिठे हो गए, अंदर जुतियो जुती, पग्गो पग्गी, चिमटियो चिमटी, तो बाहर खरबूजियां च खंड वड़ी जाती है। मतलब किदां गुरबाणी नूं किदां तुसीं दुनिया के सामने रखोगे? तुसीं जिहड़े अंदर बैठे ने वो तो बदले नहीं, अज दे ही बचन ने सारे। माता ने कहा काका जिथे सतसंग होवे उथे नहीं जाना। कहने लगा मां ठीक है, वादा रहा। पर चोरां दा पुत पोतरा सी, दिमाग चल गया उसे वेले। कहंदा बेबे ते जे सतसंग चो लंघ के किसे घर वधिया चोरी हो सकती होवे, वधिया माल हथ आ सकता होवे, ते फिर भी नहीं जाना। हुण दादी दे भी मूँह च पानी आया, उन्हें कहा भी नहीं पुत चला जाई, पर कन्ना चुंगला दे लई, सुनी कुछ ना। कहने लगा बिल्कुल ठीक है। अजे मां मरी नहीं, एक दिन खाली हथ मुड़ आया तो बाहर ही बैठी हुंदी सी मंजी डाह के। उन्हें कहा भी किवें अज की होया, दा नहीं लग्या? कहंदा दादी दा दी गल नहीं हैगी, मैं जदों जा रहा सी ते रस्ते में सतसंग हो रहा सी, ते उत्थे ये गल कही जा रही सी भी चोर दे हथ कट दिते जांदे, ते मैं डर गया, मैं तो उत्थे ही बह गया। तो कहंदी भी इहो गल ते मैं तैनूं पहले दिन कही सी भी सतसंग च कुछ नहीं सुनना। अज जिहड़ी साडी हालत है, हर जस सुने ना हर गुण गावे। मैनूं खिमा करना, सवेरे 25 तरह की चाह आउंदी है WhatsApp ते, मेरे ख्याल 15 हुक्मनामे भी आउंदे ने। ते अज तो बाद ये गल नोट करियो भी जिहड़ा 15 भेजे उन्होंने वापस कॉल करके पूछो भी ये तू किन्ने क पढ़े ने, कि 2 पंक्तियां ही पढ़िया ने, कि घर पोथी खोली है, या तू कोई
ਗੁਰਬਾਣੀ ਦੀਆਂ ਬੜੀਆਂ ਐਪ ਆ ਗਈਆਂ ਨੇ, ਉਹਦੇ ਵਿੱਚੋਂ ਪੂਰਾ ਸ਼ਬਦ ਲੱਭ ਕੇ ਕਿ ਉਹਦੇ ਅਰਥ ਭਾਵ ਨੂੰ ਸਮਝਿਆ ਤੂੰ ਨਾ, ਪਿੱਛੋਂ ਆਇਆ ਅੱਗੇ ਭੇਜਦਾ। ਮਤਲਬ ਸਵੇਰੇ ਸਵੇਰੇ 15 ਹੁਕਮਨਾਮੇ ਆਉਂਦੇ ਨੇ। ਹੁਣ ਬੰਦਾ ਇਹ ਹੀ ਨਹੀਂ ਸਮਝ ਆਉਂਦੀ ਵੀ ਮੈਂ ਕਿਹੜਾ ਮੰਨਾਂ, ਫਿਰ ਉਹੀ ਆਪਸ਼ਨ ਹੁੰਦੀ ਹੈ ਕਿ ਜਿਹੜਾ ਸੂਟ ਕਰਦਾ ਮੰਨ ਲਓ। ਆਪਾਂ ਕਿੱਧਰ ਤੁਰ ਪਏ? ਸਾਰਾ ਧਰਮ ਕਮਰਸ਼ੀਅਲ ਹੋ ਗਿਆ। ਅਸੀਂ ਲੋਕਾਂ ਨੂੰ ਇਹ ਕਹੀਏ ਤੇ ਉਹ ਠੀਕ ਹੈ, ਆ ਪਾਠ ਇੰਨੇ ਦਿਨ ਕਰੋ, ਐਸ ਗੁਰਦੁਆਰੇ ਇੰਨੇ ਦਿਨ ਜਾਓ। ਜੇ ਕੋਈ ਆਦਮੀ ਲਾਲਚ ਦੇ ਕੇ ਉਹਨਾਂ ਦਾ ਧਰਮ ਬਦਲੇ ਤਾਂ ਅਸੀਂ ਡੰਡਾ ਚੁੱਕ ਲਿਆ ਵੀ ਇਹ ਤੇ ਡੰਡਾ ਮਾਰੋ ਇਹਨਾਂ ਦੇ ਸਿਰ 'ਚ। ਵੇਖੋ, ਹਰ ਘਰ ਦਾ ਇੱਕ ਮੁਖੀ ਹੈ। ਅਗਰ ਮੇਰੇ ਘਰ ਵਿੱਚ ਖਰਾਬੀ ਹੁੰਦੀ ਤੇ ਮੈਂ ਜ਼ਿੰਮੇਵਾਰ, ਗੁਆਂਢੀਆਂ ਦੇ ਘਰ ਵਿੱਚ ਹੁੰਦੀ ਤੇ ਗੁਆਂਢੀ ਜ਼ਿੰਮੇਵਾਰ। ਏਡੇ ਏਡੇ ਵੱਡੇ ਮਹਾਰਾਜ ਨੇ ਸਾਨੂੰ ਅਸਥਾਨ ਬਖਸ਼ੇ ਨੇ। ਆਪਾਂ ਵੋਟਾਂ ਮੰਗਣ ਜਾਂਦੇ ਲੋਕਾਂ ਦੇ ਘਰਾਂ 'ਚ, ਕਦੇ ਸਿੱਖੀ ਮੰਗਣ ਗਏ ਆ? ਰਾਜਨੀਤਿਕ ਬੰਦੇ ਵੋਟਾਂ ਮੰਗਣ ਜਾਂਦੇ ਨੇ, ਬਾਬੇ ਮਾਇਆ ਮੰਗਣ ਜਾਂਦੇ ਨੇ, ਸਿੱਖੀ ਮੰਗਣ ਕੌਣ ਜਾਂਦਾ ਹੈ? ਕੋਈ ਬਾਬਾ ਸਾਨੂੰ ਦੱਸ ਦਿਓ ਵੀ ਉਹ ਫਲਾਣੇ ਦੇ ਘਰ ਗਿਆ ਤਾਂ ਉਹਨੇ ਕਿਹਾ ਜੀ ਮੈਂ ਇੱਕ ਹਫ਼ਤਾ ਰੋਜ਼ ਆਵਾਂਗਾ, ਮੈਨੂੰ ਪਰਿਵਾਰ 'ਚ ਇੱਕ ਜੀ ਅੰਮ੍ਰਿਤਧਾਰੀ ਚਾਹੀਦਾ ਹੈ। ਅਸੀਂ ਕਹਿੰਦੇ ਜੀ ਆ 5 ਬੋਰੀਆਂ ਨੇ ਕਣਕ ਦੀਆਂ ਭਰ ਦਿਓ, ਤੁਸੀਂ ਭਾਵੇਂ ਭੱਠੀ ਲਾ ਕੇ ਪੀਓ, ਕਿਉਂਕਿ ਭਲਾ ਤੇ ਤੁਹਾਡਾ ਹੋ ਹੀ ਜਾਣਾ, ਕਣਕ ਅਸੀਂ ਲੈ ਚੱਲੇ ਹਾਂ। ਜਦੋਂ ਗਾਂਹ ਜਾਓਗੇ ਜਾਂਦਿਆਂ ਨੂੰ ਉੱਥੇ ਆਟਾ ਪੱਕਿਆ ਹੋਏਗਾ, ਤੰਦੂਰ ਤਪੇ ਹੋਣਗੇ, ਔਰ ਉੱਥੇ ਵੀ ਇਹੀ ਲਾਲਚ, ਅੱਗੇ ਸਵਰਗ ਹੈ ਜੀ, ਉੱਥੇ ਅੰਗੂਰਾਂ ਦੀ ਸ਼ਰਾਬ ਹੋਏਗੀ ਜੀ। ਕਈ ਤਾਂ ਇਸ ਕਰਕੇ ਮਰਨ ਨੂੰ ਤਿਆਰ ਤੁਰੇ ਫਿਰਦੇ ਨੇ ਵੀ ਚੱਲੀਏ, ਇੱਥੇ ਤਾਂ ਘਰ ਦੀ ਗੱਡੀ ਨਹੀਂ ਮਿਲਦੀ, ਉੱਥੇ ਤਾਂ ਅੰਗੂਰਾਂ ਦੀ ਹੋਏਗੀ। ਆਪਾਂ ਕਿਸ ਧਰਮ ਦੀਆਂ ਗੱਲਾਂ ਕਰਦੇ ਹਾਂ? ਬੜੀ ਚੜ੍ਹਦੀ ਕਲਾ, ਬੜੀ ਚੜ੍ਹਦੀ ਕਲਾ। ਮੈਂ ਫਿਰ ਬੇਨਤੀ ਕਰਾਂ, ਸਿਰਫ ਪੈਸੇ ਕਰਕੇ ਹੈ, ਨਾ ਇੱਜ਼ਤ ਕਰਕੇ ਹੈ, ਨਾ ਧਰਮ ਕਰਕੇ ਹੈ, ਨਾ ਆਪਣੇ ਸਮਾਜ ਕਰਕੇ ਹੈ। ਅੱਜ ਸਾਡੀ ਚੜ੍ਹਦੀ ਕਲਾ ਨਹੀਂ ਹੈ, ਕੌਮੀ ਤੌਰ ਤੇ ਵੀ ਨਹੀਂ ਹੈ, ਕੌਮੀ ਤੌਰ ਤੇ ਵੀ ਨਹੀਂ ਹੈ। ਇੱਕ ਵਕਤ ਕਿ ਦੁਨੀਆ ਤੁਹਾਡੇ ਤੇ ਵਿਸ਼ਵਾਸ ਕਰੇ। ਮੈਨੂੰ ਖੁਦ ਇਰਾਨੀ ਸਾਹਿਬ ਨੇ ਸੀਸਗੰਜ ਸਾਹਿਬ ਆ ਕੇ ਦੱਸਿਆ, ਕਹਿੰਦੇ ਇਹ ਈਰਾਨ ਦਾ ਕਾਨੂੰਨ ਹੈ, ਇਹ ਗੱਲ ਹੋਏਗੀ ਮੇਰੇ ਖਿਆਲ 25 ਸਾਲ ਪੁਰਾਣੀ, ਕਿ ਕੋਈ ਆ ਕੇ ਸਿੱਖ ਗਵਾਹੀ ਦੇ ਦੇ ਕਿਸੇ ਦੀ ਵੀ ਇਹ ਬੰਦਾ ਨਿਰਦੋਸ਼ ਹੈ ਤੇ ਈਰਾਨ ਦੇ ਵਿੱਚ ਉਹ ਬੰਦੇ ਨੂੰ ਛੱਡ ਦਿੱਤਾ ਜਾਂਦਾ ਹੈ। ਤੇ ਅੱਜ ਪਹਿਲੀ ਗੱਲ ਤੇ ਪ੍ਰਚਾਰਕ ਖੁਦ ਝੂਠ ਬੋਲਦੇ ਨੇ, ਦੂਜੀ ਗੱਲ ਫਿਰ ਉਹ ਇਹ ਵੀ ਦੱਸਦੇ ਨੇ ਵੀ ਜੇ ਝੂਠ ਬੋਲਿਆ ਜਾਏ ਤੇ 5 ਵਾਰੀ ਵਾਹਿਗੁਰੂ ਕਹੋ ਤੇ ਮਾਫ ਹੋ ਜਾਂਦਾ ਹੈ। ਇਸੇ ਗੱਲ ਤੋਂ ਤਾਂ ਰੋਕਿਆ ਸੀ ਮਹਾਰਾਜ ਨੇ ਕਿ ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕਮਾਵੇਂ ਹੋਏ ਨਿਸ਼ੰਕ, ਜੰਮਪੁਰ ਬਾਂਧ ਖਰੇ ਕਲੰਕ। 5 ਵਕਾਰਾਂ ਵਿੱਚ ਪਾਪ ਕਰਦਾ ਹੈ, ਤੀਰਥਾਂ ਤੇ ਜਾ ਕੇ ਧੋ ਲੈਣਾ ਹੈ, ਜਦੋਂ ਵਾਪਸ ਮੁੜਦਾ ਹੈ ਤੇ ਫਿਰ ਤੂੰ ਕਹਿੰਦਾ ਵੀ ਹੁਣ ਤੇ ਮੈਨੂੰ ਰਸਤਾ ਪਤਾ ਲੱਗ ਗਿਆ, ਹੁਣ ਤੇ ਮੈਨੂੰ ਪਤਾ ਲੱਗ ਗਿਆ ਪਾਪ ਇਦਾਂ ਕਰੀਦੇ ਨੇ, ਧੋਈ ਦੇ ਇਦਾਂ ਨੇ। ਤੇ ਅੱਗੋਂ ਫਿਰ ਬੰਦਾ ਬਿਲਕੁਲ ਹੀ ਬੇਫਿਕਰ ਹੋ ਜਾਂਦਾ, ਕਹਿੰਦਾ ਵੀ ਦੱਬ ਕੇ ਕਰੋ ਬਈ, ਧੋਣ ਦਾ ਮੈਨੂੰ ਪਤਾ ਕਿੱਥੇ ਜਾ ਕੇ ਧੋਣੇ ਤੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੇਰੇ ਪ੍ਰਾਣਾਂ ਦਾ ਪਤੀ ਵਾਹਿਗੁਰੂ ਹੈ, ਉਹ ਤੈਨੂੰ ਜਾਵੇ ਭੁੱਲ ਤਾਂ ਤੂੰ ਬਦਕਿਸਮਤ ਹੈ। ਪਰ ਕਿਸੇ ਦੀ ਕਾਰ ਵੇਖ ਕੇ ਇਹ ਤਾਂ ਲੱਕੀ ਹੈ ਜੀ, ਕਿਸੇ ਦਾ ਪਲਾਟ ਵੇਖ ਕੇ ਇਹ ਤਾਂ ਲੱਕੀ ਹੈ ਜੀ। ਜਿਵੇਂ ਆਪਾਂ ਕਰਦੇ ਹੀ ਹਾਂ, ਧੀ ਪੈਦਾ ਹੋ ਜਾਏ, ਮੇਰੀ ਆਪਣੀ ਸ਼੍ਰੇਣੀ 'ਚ 12 ਸਾਲਾਂ ਬਾਅਦ ਧੀ ਹੋਈ, ਮੈਂ, ਮੇਰਾ ਪਰਿਵਾਰ, ਮੇਰੀ ਸਿੰਘਣੀ, ਅਸੀਂ ਬੜਾ ਮੂੰਹ ਬਣਾ ਕੇ ਗਏ ਵੀ ਜਾ ਕੇ ਵਧਾਈ ਦੇਣੀ ਹੈ। ਅੱਗੇ ਜਾਂਦਿਆਂ ਨੂੰ ਸਿਰ ਸੁੱਟ ਕੇ ਬੈਠੇ, 12 ਸਾਲਾਂ ਬਾਅਦ ਵੀ ਕੁੜੀ ਆਈ ਹੈ। ਮਤਲਬ
ਮੁੰਡਾ ਸਾਰੀ ਦਾੜੀ ਪੱਟ ਦੇਵੇ ਤਾਂ ਵੀ ਚੰਗਾ ਹੈ। ਤੇ ਧੀ, ਹਾਲਾਂਕਿ ਮੈਂ ਇਸ ਅੰਧ ਵਿਸ਼ਵਾਸ ਦਾ ਉਪਾਸ਼ਕ ਨਹੀਂ ਆ, ਪਰ ਡੋਲੀ ਵਿੱਚ ਤੁਰੀ ਜਾਂਦੀ ਵੀ ਚੌਲ ਪਾ ਕੇ ਥਾਲੀ ਪਰਾਤ ਵਿੱਚ ਤੇ ਦੋਵਾਂ ਹੱਥਾਂ ਨਾਲ ਪਿਛਾਂ ਸੁੱਟੇ ਵੀ ਮੇਰੇ ਬਾਬਲ ਦਾ ਘਰ ਵਸਦਾ ਰਵੇ, ਤੋ ਤਾਂ ਵੀ ਮਾੜੀ ਹੈ। ਪੁੱਤ ਚੰਗਾ ਹੈ, ਧੀ ਤਾਂ ਵੀ ਮਾੜੀ ਹੈ। ਉਹ ਸਹੁਰੇ ਜਾ ਕੇ ਵੀ ਸੁੱਖ ਤੁਹਾਡੀ ਮੰਗਦੀ ਹੈ, ਉਹ ਤਾਂ ਵੀ ਮਾੜੀ ਹੈ। ਇਹ ਘਰ ਬੈਠਾ ਵੀ ਤੁਹਾਨੂੰ ਕਹਿੰਦਾ ਵੀ ਤੂੰ ਜਾ ਪਰਾਂ ਗੁਰਦੁਆਰੇ ਜਾ ਮਾਰ ਕੇ ਤੇ ਬੁੱਢਿਆ, ਕਿਉਂ ਸਵੇਰੇ ਉੱਠ ਕੇ ਜਾਣ ਖਾਧੀ ਹੈ। ਪੁੱਤ ਫਿਰ ਵੀ ਚੰਗਾ ਹੈ। ਪ੍ਰਾਣਾਂ ਦਾ ਪਤੀ ਵਾਹਿਗੁਰੂ ਹੈ, ਇਹ ਜ਼ਰੂਰ ਚੇਤਾ ਰੱਖਣਾ। ਸੋਈ ਦਿਵਸ ਸੁਹਾਵੜਾ ਜਿਤ ਪ੍ਰਭ ਆਵੈ ਚਿਤ। ਉਹ ਦਿਨ ਤੁਹਾਡਾ ਖੁਸ਼ਕਿਸਮਤ ਵਾਲਾ ਦਿਨ ਹੈ, ਜਿੱਦਣ ਸਵੇਰੇ ਉੱਠੇ ਤੇ ਤੁਸੀਂ ਵਾਹਿਗੁਰੂ ਕਿਹਾ, ਪਾਠ ਕੀਤਾ। ਵਾਰ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਜਿੱਦਣ ਗੁਰੂ ਦੇ ਦਰ ਤੇ ਚਲੇ ਗਏ, ਸਮਝ ਲੈਣਾ ਵੀ ਅੱਜ ਵਰਗਾ ਦਿਨ ਕੋਈ ਨਹੀਂ ਹੈਗਾ। ਅੱਜ ਵਰਗਾ ਸੁਭਾਗਾ ਦਿਨ ਕਿਤੇ ਨਹੀਂ ਹੈਗਾ। ਪਹਿਲੀ ਗੱਲ, ਮਨੁੱਖ ਹੋਣਾ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਤੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸਜਰੀਆ। ਤੈਨੂੰ ਧਨ ਦੌਲਤ ਇਕੱਠੀ ਕਰਨ ਲਈ ਸਰੀਰ ਨਹੀਂ ਮਿਲਿਆ, ਇਹ ਤੇ ਨਿਰਵਾਹ ਸੀਗਾ। ਐਡੀ ਖੁਸ਼ਕਿਸਮਤੀ ਸਿੱਖਾਂ ਦੀ ਹੈ ਕਿ ਦੌਲਤ ਗੁਜਰਾਨ ਹੈ। ਨਾ ਤੁਹਾਨੂੰ ਕੱਪੜੇ ਛੱਡਣ ਦੀ ਲੋੜ, ਨਾ ਗੱਡੀਆਂ, ਨਾ ਘਰ, ਨਾ ਕੋਠੀਆਂ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿਚੇ ਗੱਤ ਪਾਈ। ਇਹ ਗੁਰੂ ਦੀ ਵਡਿਆਈ ਹੈ। ਘਰ ਬੈਠਿਆਂ ਮੁਕਤੀ ਮਿਲੇਗੀ ਤੁਹਾਨੂੰ। ਜਿਸ ਪਰਮਾਤਮਾ ਨੇ ਪ੍ਰਾਣ ਦਿੱਤੇ ਨੇ, ਜਿੰਦ ਦਿੱਤੀ ਹੈ, ਸਵਾਸ ਦਿੱਤੇ ਨੇ, ਜਿਨ੍ਹਾਂ ਕਰਕੇ ਹਮ ਆਦਮੀ ਹਾਂ ਇੱਕਦਮੀ, ਉਹੀ ਰੱਬ ਭੁੱਲ ਗਿਆ। ਸਾਰੀਆਂ ਹੀ ਗੱਲਾਂ ਚੇਤੇ ਨੇ ਸਾਨੂੰ, ਖਾਣਾ ਪੀਣਾ, ਹੱਸਣਾ ਸੌਣਾ, ਤੇ ਵਿਸਰ ਗਿਆ ਹੈ ਮਰਨਾ। ਜਿੰਨੇ ਭੇਜਿਆ, ਜਦੋਂ ਉਹਦੇ ਕੋਲੇ ਵਾਪਸ ਜਾਣ ਦੀ ਗੱਲ ਆਉਂਦੀ ਹੈ ਤੇ ਸਾਨੂੰ ਉਹ ਪਰਮਾਤਮਾ ਭੁੱਲਿਆ ਹੋਇਆ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਸਮਝਾਉਂਦੇ ਨੇ, ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਣੋ ਅਭਾਗਾ। ਉਹ ਬਦਕਿਸਮਤ ਹੈ ਜਿਹਨੂੰ ਰੱਬ ਚੇਤੇ ਨਹੀਂ, ਜਿਹੜਾ ਰੱਬ ਦੇ ਘਰ ਨਹੀਂ ਜਾਂਦਾ, ਜਿਹੜਾ ਰੱਬ ਦੀ ਬਾਣੀ ਨਹੀਂ ਪੜ੍ਹਦਾ, ਜਿਹੜਾ ਰੱਬ ਦਾ ਧੰਨਵਾਦ ਨਹੀਂ ਕਰਦਾ, ਜਿਹਦਾ ਜੀਵਨ ਵਿੱਚ ਪਰਮਾਤਮਾ ਨਾਲ ਕੋਈ ਮਿਲਾਪ ਨਹੀਂ, ਉਹ ਬਦਕਿਸਮਤ ਹੈ। ਪਰ ਜਿਹੜੇ ਤੁਸੀਂ ਰੱਬ ਦੇ ਦਰ ਆਉਂਦੇ ਹੋ, ਇਸ਼ਨਾਨ ਕਰਦੇ ਹੋ, ਪਾਠ ਕਰਦੇ ਹੋ, ਗੁਰਦੁਆਰੇ ਆਉਂਦੇ ਹੋ, ਪਰ ਗੱਲ ਸਿਰਫ ਇੰਨੀ ਵੀ ਅਸੀਂ ਲੋਕਾਂ ਦੀਆਂ ਚੀਜ਼ਾਂ ਨਾਲ ਆਪਣੀ ਕਿਸਮਤ ਨੂੰ ਤੋਲਦੇ ਹਾਂ, ਨਹੀਂ। ਸਾਨੂੰ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਕਰਮਾਂ ਨੂੰ ਤੋਲਣਾ ਚਾਹੀਦਾ ਹੈ ਕਿ ਮਾਲਕ ਦੀ ਕਿਰਪਾ ਕਿਹਦੇ ਤੇ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ। ਸ਼ੁਰੂ ਕਿੱਥੋਂ ਹੋਇਆ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਦੁੱਖ ਹੈ ਪਰ ਬੰਦਾ ਦੁਖੀ ਨਹੀਂ ਹੈ। ਸੁਖ ਸਨੇ ਸੁਖ ਹੈ, ਲਾਲਚ ਕੋਈ ਨਹੀਂ ਹੈ, ਪਿਆਰ ਕੋਈ ਨਹੀਂ ਹੈ। ਦਰਜੋਧਨ ਵਾਲੀ ਗੱਲ ਨਹੀਂ ਕਿ ਜਿਹੜਾ ਘਰ ਆਵੇ, ਆ ਮੇਰਾ ਹਾਥੀ ਹੈ ਜੀ, ਆ ਮੇਰਾ ਘੋੜਾ ਹੈ ਜੀ, ਇਹ ਮੈਂ ਉਸ ਦੇਸ਼ ਤੋਂ ਮੰਗਾਇਆ ਹੈ ਜੀ, ਆ ਨਵਾਂ ਬਾਥਰੂਮ ਬਣਾਇਆ ਜੀ, ਆ ਜਿਹੜੀ ਸੀਟ ਹੈ ਜੀ, ਇਹ ਇੰਨੇ ਪੈਸਿਆਂ ਦੀ ਆਈ ਹੈ ਜੀ। ਵੇਖਿਆ ਮੈਂ, ਕਿਸੇ ਦੇ ਘਰ ਜਾਓ, ਆਓ ਜੀ ਗਿਆਨੀ ਜੀ ਤੁਹਾਨੂੰ ਘਰ ਵਿਖਾਈਏ, ਤੇ ਸ਼ੁਰੂ ਬਾਥਰੂਮ ਤੋਂ ਕਰਨਗੇ, ਤੇ ਬਾਥਰੂਮ 'ਚ ਵੀ ਸੀਟ ਤੋਂ ਹੀ ਸ਼ੁਰੂ ਹੋਣਗੇ ਵੀ ਇਹ ਤਾਂ ਜੀ 50,000 ਦੀ ਹੈ। ਲੈ ਦੱਸੋ। ਤੇ ਜੇ ਕਿਤੇ ਰੱਬ ਦੇ ਪਿਆਰਿਆਂ ਦੇ ਘਰ ਜਾਂਦੇ ਤਾਂ ਉਹਨਾਂ ਕਹਿਣਾ ਜੀ ਉੱਤੇ ਬਾਬਾ ਜੀ ਦਾ ਪ੍ਰਕਾਸ਼ ਹੈ, ਤੇ ਆਪਾਂ ਗਿਆਨੀ ਜੀ ਉੱਥੇ ਅਰਦਾਸ ਹੀ ਕਰ ਲਈਏ, 2 ਮਿੰਟ ਉੱਥੇ ਤੁਸੀਂ ਕੋਈ ਸਾਨੂੰ ਬਚਨ ਹੀ ਸੁਣਾ ਦਿਓ। ਜਿਹੜੇ ਇੱਦਾਂ ਜ਼ਿੰਦਗੀ ਜਿਉਂਦੇ ਨੇ ਉਹ ਖੁਸ਼ਕਿਸਮਤ ਨੇ, ਉਹ ਅਭਾਗੇ ਨਹੀਂ ਹੈਗੇ। ਹਾਂਜੀ। ਚਰਨ ਕਮਲ ਜਾ ਕਾ ਮਨ ਰਾਗਿਓ,
ਅਮੈ ਸਰੋਵਰ ਪਾਗਾ। ਜਿਨ੍ਹਾਂ ਦਾ ਮਨ ਗੁਰੂ ਦੇ ਕਮਲ ਰੂਪੀ ਚਰਨਾਂ ਦੇ ਨਾਲ ਜੁੜ ਗਿਆ, ਉਹਨਾਂ ਨੂੰ ਤਾਂ ਇਹ ਸਮਝ ਲਓ ਵੀ ਅੰਮ੍ਰਿਤ ਸਰੋਵਰ ਮਿਲ ਗਿਆ। ਉੱਤੇ ਰੋਜ਼ ਅੰਮ੍ਰਿਤ ਸਰੋਵਰ ਦੇ ਵਿੱਚ ਨਾਮ ਜਲ ਵਿੱਚ ਚੁੱਭੀਆਂ ਲਾਉਂਦੇ ਨੇ ਬੰਦੇ, ਜਿਨ੍ਹਾਂ ਦਾ ਮਨ ਗੁਰੂ ਨਾਲ ਜੁੜਿਆ। ਸਤਿਗੁਰਾਂ ਨੇ ਇਹੀ ਕਿਹਾ ਸੀਗਾ। ਜੋਗੀ ਕਹਿੰਦੇ ਜੀ ਅਸੀਂ ਹਾਟੀ ਬਾਟੀ ਰਹੇ ਨਰਾਲੇ, ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਐ। ਉਦੋਂ ਬੋਲਿਆ ਗਿਆਨੇ। ਸੱਚੇ ਪਾਤਸ਼ਾਹ ਨੇ ਕਿਹਾ ਸੀ ਨਹੀਂ ਭਾਈ, ਇਹ ਠੀਕ ਨਹੀਂ ਹੈ। ਜੇ ਤੁਸੀਂ ਜ਼ਿੰਦਗੀ ਸਹੀ ਜਿਉਣੀ ਹੈ ਤਾਂ ਫਿਰ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨ ਹੈ, ਸ਼ਬਦ ਸੁਰਤ ਭਵ ਸਾਗਰ ਤਰੀਏ। ਉਦੋਂ ਬੋਲਿਆ ਗਿਆਨੇ। ਤੇ ਇਵੇਂ ਰਹੋ ਨਾ ਘਰ ਵਿੱਚ, ਜਿਵੇਂ ਪਾਣੀ 'ਚ ਮੁਰਗਾਬੀ ਰਹਿੰਦੀ ਹੈ, ਚਿੱਕੜ ਵਿੱਚ ਕਮਲ ਦਾ ਫੁੱਲ ਰਹਿੰਦਾ ਹੈ। ਕੀ ਲੋੜ ਹੈ ਜੰਗਲਾਂ ਵਿੱਚ ਜਾ ਕੇ ਐਵੇਂ ਬੂਟੀਆਂ ਖਾਣ ਦੀ? ਜੰਗਲਾਂ ਵਿੱਚ ਜਾਣ ਦੀ ਕੀ ਲੋੜ ਹੈ? ਨਾਨਕ ਘਰ ਹੀ ਬੈਠਿਆ ਸ਼ੌ ਪਾਈ ਹੈ। ਪਰ ਅਗਲੀ ਪੰਕਤੀ ਚੇਤਾ ਰੱਖਣਾ, ਸਤਿਗੁਰ ਕੈ ਉਪਦੇਸ਼। ਉਹਨਾਂ ਵੇ ਘਰ ਬਹਿ ਕੇ ਤੇ ਸ਼ੈਤਾਨ ਦੇ ਵੰਝਾਏ ਜਾਈਏ, ਗੁਰਦੁਆਰੇ ਜਾਣ ਲੱਗਿਆਂ ਵੀ ਪੁੱਛਣਾ ਪਵੇ ਵੀ ਅੱਜ ਕਿਹੜਾ ਦਿਨ ਹੈ, ਮੰਗਲਵਾਰ ਹੈ, ਇਹ ਫਿਰ ਹਰੀ ਸਬਜ਼ੀ ਕਿੱਥੋਂ ਮਿਲੇਗੀ? ਕਿੱਥੇ ਪਹੁੰਚ ਗਏ? ਮਰਜ बढ़ता गया जूं जूं दवा करते। ਬਿਮਾਰੀ ਵੱਧ ਰਹੀ ਹੈ, ਘਟ ਨਹੀਂ ਰਹੀ। ਮਤ ਸੋਚੀਏ ਕਿ ਆਪਾਂ ਕਿ ਇਹਦੇ ਨਾਲ ਸਾਡੇ ਵਿੱਚੋਂ ਅੰਧ ਵਿਸ਼ਵਾਸ, ਸਾਡੇ ਵਿੱਚੋਂ ਕਰਮ ਕਾਂਡ, ਸਾਡੇ ਵਿੱਚੋਂ ਭਰਮ ਭਲੇਖੇ, ਸਾਡੇ ਵਿੱਚੋਂ ਤਾਂਤਰਿਕ ਵਿਦਿਆ ਮੁੱਕ ਰਹੀ ਹੈ। ਮੁੱਕ ਨਹੀਂ ਰਹੀ, ਉਹ ਸਿਖਰ ਤੇ ਪਹੁੰਚ ਰਹੀ ਹੈ। ਸਗੋਂ ਸਾਰਾ ਕੁਝ ਕੰਪਿਊਟਰਾਈਜ਼ ਹੁੰਦਾ ਤੁਰਿਆ ਜਾ ਰਿਹਾ। ਤੁਹਾਡੇ ਘਰਾਂ 'ਚ ਸਵੇਰੇ ਉੱਠ ਕੇ ਰਾਸ਼ੀ ਫਲ ਆਉਂਦਾ ਹੈ। ਅੱਗੇ ਮਾਂ ਗੁਰਦੁਆਰੇ ਪ੍ਰਸ਼ਾਦ ਲੈ ਕੇ ਆਉਂਦੀ ਸੀ ਤੇ ਕੱਲੇ ਕੱਲੇ ਨੂੰ ਉਠਾ ਕੇ ਕਹਿੰਦੀ ਸੀ, ਪੁੱਤ ਉੱਠ, ਆ ਲੈ ਬਾਬਾ ਜੀ ਦਾ ਪ੍ਰਸ਼ਾਦ ਲੈ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਉਪਦੇਸ਼ ਕਰਕੇ ਸਮਝਾਉਂਦੇ ਨੇ, ਪਰਮਾਤਮਾ ਜਿਹੜਾ ਤੇਰਾ ਜਨ ਹੈ, ਤੇਰਾ ਸੇਵਕ ਹੈ, ਉਹ ਰਾਮ ਦੇ ਨਾਮ ਵਿੱਚ ਰੰਗਿਆ ਹੋਇਆ, ਭਰਿਆ ਹੋਇਆ ਜਾਗਦਾ ਰਹਿੰਦਾ ਹੈ, ਅਵਿਦਿਆ ਦੀ ਨੀਂਦਰ ਵਿੱਚ ਨਹੀਂ ਸੌਂਦਾ। ਹਾਂਜੀ। ਆਲਸ ਸੀਜ ਗਿਆ ਸਭ ਤਨ ਤੇ, ਪ੍ਰੀਤਮ ਸਿਓ ਮਨ ਲਾਗਾ। ਸਗੋਂ ਆਲਸ ਛੀਜ ਗਿਆ ਸਭ ਤਨ ਤੇ। ਅਸੀਂ ਨਹੀਂ ਕਹਿੰਦੇ ਵੀ ਆ ਕੱਪੜਾ ਛਿੱਜ ਗਿਆ ਹੈ। ਆਲਸ ਤੁਹਾਡੀ ਜ਼ਿੰਦਗੀ ਚੋਂ ਛਿੱਜ ਜਾਏਗਾ, ਨਿਕਲ ਜਾਏਗਾ ਜਦੋਂ ਤੁਸੀਂ ਪ੍ਰੀਤਮ ਸਿਓ ਮਨ ਲਾਗਾ। ਜਦੋਂ ਤੁਹਾਡਾ ਮਨ ਪਰਮਾਤਮਾ ਨਾਲ ਜੁੜੇਗਾ, ਪ੍ਰਾਣਾਂ ਦੇ ਪਤੀ ਨਾਲ ਜੁੜੇਗਾ, ਆਪਣੇ ਪਿਆਰੇ ਨਾਲ ਜੁੜੇਗਾ। ਅਸੀਂ ਇਹ ਹੀ ਨਿਸ਼ਾਨਦੇਹੀ ਨਹੀਂ ਕਰ ਪਾ ਰਹੇ ਵੀ ਘਰ ਦੇ ਵਿੱਚ ਸਭ ਤੋਂ ਮੇਰਾ ਆਪਣਾ ਕੌਣ ਹੈ। ਸਤਿਗੁਰਾਂ ਤੇ ਦੱਸਿਆ ਸੀ ਕਿ ਭਾਈ ਸੋ ਦੇ ਨਾਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕਹੂ ਹੈ ਕਾਕਾ। ਕੋਈ ਨਹੀਂ ਹੈ। ਇਹ ਤੇ ਪੂਰਬਲੇ ਜਨਮਾਂ ਦੇ ਕਰਮਾਂ ਦਾ ਇੱਕ ਸੰਯੋਗ ਹੈ। ਇਹ ਕੁਨਬਾ ਇਕੱਠਾ ਹੋਇਆ ਹੈ, ਪਰਿਵਾਰ ਇਕੱਠਾ ਹੋਇਆ ਹੈ। ਠੀਕ ਹੈ, ਜਿੰਨਾ ਚਿਰ ਰੱਬ ਨੇ ਸੰਯੋਗ ਬਣਾਇਆ ਹੈ ਸਾਨੂੰ ਰਹਿਣਾ ਚਾਹੀਦਾ, ਪਰ ਇਹ ਪਤਾ ਹੋਣਾ ਚਾਹੀਦਾ ਕਿ ਅਸਲ ਵਿੱਚ ਜੇ ਮਾਰਗ ਇਹ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਜਿੱਥੇ ਜਾਣਾ ਹੈ ਉੱਥੇ ਸਿਰਫ ਕੇਵਲ ਤੇ ਕੇਵਲ ਪਰਮਾਤਮਾ ਹੈ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਇਸ ਭਗਤੀ ਨੇ, ਇਸ ਅਵਸਥਾ ਨੇ, ਇਸ ਕਮਾਈ ਨੇ ਇੱਕ ਕਿਰਪਾ ਕਰ ਦਿੱਤੀ ਹੈ ਕਿ ਮੈਂ ਜਿੱਥੇ ਵੀ ਵੇਖਦਾ ਮੈਨੂੰ ਇੱਕ ਨਾਰਾਇਣ ਨਜ਼ਰ ਆਉਂਦਾ ਹੈ। ਜਿਵੇਂ ਹਰ ਮਾਲਾ ਦੇ ਵਿੱਚ ਇੱਕ ਧਾਗਾ ਹੁੰਦਾ ਹੈ, ਜਿਵੇਂ ਹਰ ਮਾਲਾ ਵਿੱਚ ਇੱਕ ਧਾਗਾ ਹੁੰਦਾ। ਜਿੰਨੇ ਰੱਬ ਨੇ ਮੋਤੀ ਪੈਦਾ ਕੀਤੇ ਨੇ ਉਹ ਸਾਰੇ ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਸੂਤਰ ਜਿਹੜੇ ਮਿਸਤਰੀ ਨੇ ਉਹਨਾਂ ਨੂੰ ਪੁੱਛ ਲੈਣਾ, ਉਹ ਵੀ ਧਾਗਾ ਹੀ ਹੁੰਦਾ।
ਜਿਹੜੇ ਸੀਮਟ ਦਾ ਕੰਮ ਕਰਦੇ ਨੇ, ਚਨਾਈ ਦਾ ਕੰਮ ਕਰਦੇ ਨੇ, ਮਕਾਨ ਬਣਾਉਣ ਦਾ ਕੰਮ ਕਰਦੇ ਨੇ। ਤੇ ਪਹਿਲਾਂ ਹੀ ਕਿਹਾ ਜਾਂਦਾ ਸੀ ਵੀ ਭਾਈ ਮਿਸਤਰੀ ਨੂੰ ਕਹੋ ਸੂਤਰ ਕੱਢੇ, ਉਹ ਵੀ ਧਾਗਾ ਹੀ ਹੁੰਦਾ ਹੈ। ਰੱਬ ਦੇ ਸੂਤਰ ਵਿੱਚ ਸਾਰੇ ਅਸੀਂ ਬੱਧੇ ਹੋਏ ਆ। ਪਰ ਇਹ ਗੱਲ ਉਦੋਂ ਸਮਝ ਆਉਂਦੀ ਜਦੋਂ ਉੱਪਰਲਾ ਉਪਦੇਸ਼ ਜੀਵਨ ਵਿੱਚ ਆ ਜਾਏ। ਹਾਂਜੀ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਿਸ ਵਿਅਕਤੀ ਤੇ ਗੁਰੂ ਕਿਰਪਾ ਕਰਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਕਿ ਜਿੰਨੇ ਸੰਸਾਰ ਦੇ ਮੋਤੀ ਨੇ, ਜਿੰਨੇ ਜੀਵ ਨੇ, ਸਾਰਿਆਂ ਦੇ ਵਿੱਚ ਪ੍ਰਾਣ ਤਾਂ ਪਰਮੇਸ਼ਰ ਦੇ ਨੇ, ਧਾਗਾ ਤੇ ਉਹਦਾ ਹੀ ਹੈ। ਉਸੇ ਧਾਗੇ ਨਾਲ ਹੀ ਸਾਰੀ ਦੁਨੀਆ ਜੁੜੀ ਹੋਈ ਹੈ। ਤਾਂ ਫਿਰ ਕੀ ਹੈ? ਨਾਮ ਉਦਕ ਪੀਵਤ ਜਨ ਨਾਨਕ। ਨਾਮ ਕਹਿੰਦੇ ਨੇ ਸਿਫਤ ਸਲਾਹ ਨੂੰ, ਉਦਕ ਕਹਿੰਦੇ ਨੇ ਪਾਣੀ ਨੂੰ, ਜਲ ਨੂੰ, ਪੀਵਤ ਇਹ ਪੀਣ ਦੀ ਕਿਰਿਆ ਹੈ। ਫਿਰ ਕੀ ਹੋਏਗਾ? ਗੁਰੂ ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਕਿ ਮੈਂ ਦਾਸ ਨਾਨਕ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਲ ਪੀਵਾਂਗਾ। ਤੇ ਫਿਰ ਕੀ ਹੋਏਗਾ? ਤਿਆਗੈ ਸਭ ਅਨੁਰਾਗਾ। ਜਿੰਨੇ ਅਨੁਰਾਗ ਨੇ, ਮੋਹ ਮਮਤਾ ਦੇ ਰਿਸ਼ਤੇ ਨੇ, ਫਾਈਆਂ ਨੇ, ਤੰਦਾਂ ਨੇ, ਇਹ ਕੱਟ ਜਾਣਗੀਆਂ। ਵੇਖੋ, ਸਾਨੂੰ ਜਿਉਣਾ ਆਉਣਾ ਚਾਹੀਦਾ। ਗੁਰੂ ਨਾਨਕ ਸਾਹਿਬ ਤੋਂ ਸਿੱਖ ਲਈਏ। ਮਤਲਬ ਅਸੀਂ ਇੱਕ ਪੱਖ ਦੱਸਿਆ ਕਿ ਭਾਈ ਮਰਦਾਨਾ ਨਾਲ ਰਿਹਾ ਤੇ ਉਹਦੀ ਭੁੱਖ ਹੀ ਨਹੀਂ ਮਿਟੀ। ਪਤਾ ਨਹੀਂ ਕਿਉਂ ਇਦਾਂ ਪੇਸ਼ ਕੀਤਾ ਸੀ ਉਸ ਗੁਰੂ ਕੇ ਬਖਸ਼ੇ ਹੋਏ ਭਾਈ ਮਰਦਾਨੇ ਨੂੰ, ਜਿਹਦੇ ਨਾਮ ਤੋਂ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਜਾਂ ਫਿਰ ਦਰਜੇ ਕੀਤਾ ਵੀ ਉਹ ਤਾਂ ਜੀ ਪਿਤਾ ਦੇ ਆਖੇ ਹੀ ਨਹੀਂ ਲੱਗੇ। ਪਰ ਜਦੋਂ ਤੁਸੀਂ ਸਾਰੀ ਸਟੱਡੀ ਕਰੋਗੇ, ਪੜ੍ਹੋਗੇ, ਫਿਰ ਪਤਾ ਲੱਗੇਗਾ ਕਿ 14 ਸਾਲ ਗੁਰੂ ਨਾਨਕ ਸਾਹਿਬ ਘਰ ਰਹੇ। ਤੁਸੀਂ ਦੱਸੋ ਵੀ 14 ਸਾਲ ਬੱਚਾ ਘਰ ਰੱਖਦੇ ਹੋ ਤੁਸੀਂ? ਜਿਹੜਾ ਬੱਚਾ 10ਵੀਂ ਕਰ ਜਾਂਦਾ ਹੈ, ਤੁਸੀਂ ਕੈਨੇਡਾ ਐਮਬੈਸੀ ਪਹੁੰਚ ਜਾਂਦੇ ਵੀ ਸਾਡਾ ਕਾਕਾ ਲੈ ਜਾਓ ਜੀ, ਸਾਹ ਨਹੀਂ ਆਉਂਦਾ ਸਾਨੂੰ। ਬਸ ਤੁਸੀਂ ਘਰੋਂ ਕੱਢ ਦਿਓ ਤੇ ਠੀਕ ਹੈ। ਤੇ ਜੇ ਪਿਤਾ ਜੀ ਕਹਿਣ ਵੀ ਨਾਨਕੀ ਲੈ ਜਾ, ਇਹਨੂੰ ਕੰਮ ਤੇ ਲਾ, ਤੇ ਉਹ ਮਾੜੇ ਨੇ। 17 ਸਾਲ ਉਹ ਕਿਰਤ ਕਰਨ। 17 ਸਾਲ ਫੌਜੀ ਦੀ ਨੌਕਰੀ ਹੁੰਦੀ ਹੈ, ਆਰਮੀ ਦੀ। 17 ਸਾਲ ਉਹ ਆਪਣੇ ਪਰਿਵਾਰ ਵਿੱਚ ਰਹਿਣ ਤੋ ਅਜੇ ਵੀ ਮਾਤਾ ਸੁਲੱਖਣੀ ਨੂੰ ਜੀ ਪਿਆਰ ਹੀ ਨਹੀਂ ਕਰਦੇ ਸੀ ਜੀ, ਉਹਨਾਂ ਦੀ ਤਾਂ ਮੋਹ ਮਮਤਾ ਹੀ ਨਹੀਂ ਸੀਗੀ। 21 ਸਾਲ ਉਹਨਾਂ ਨੇ ਧਰਮ ਪ੍ਰਚਾਰ ਕੀਤਾ। ਤੁਸੀਂ ਦੱਸ ਦਿਓ ਕਿੰਨੇ ਮਹੀਨੇ ਕੀਤਾ? ਗੁਰਪੁਰਬ ਵਾਲੇ ਦਿਨ ਜਾ ਕੇ ਦੇਗਚੇ 'ਚ ਦੁੱਧ ਪਾਉਣਾ, ਇਹ ਸਾਡਾ ਧਰਮ ਕਰਮ ਹੈ। 18 ਸਾਲ ਮੁੜ ਕੇ ਖੇਤੀ ਕੀਤੀ ਹੈ। 18 ਤੇ 17 35 ਸਾਲ ਕਿਰਤ ਕੀਤੀ। ਜਿਸ ਗੁਰੂ ਨਾਨਕ ਨੇ 35 ਸਾਲ ਕੰਮ ਕੀਤਾ ਹੈ, ਅੱਜ ਬਦਕਿਸਮਤੀ ਮੇਰੀ ਕੌਮ ਦੀ ਕਿ ਹਰ ਬੰਦਾ ਕਹਿੰਦਾ ਜੀ ਵਿਹਲੇ ਰਹਿੰਦੇ ਆ। ਇਹ ਚੇਤਾ ਰੱਖਣਾ, ਤੂੰ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ ਜੇ ਤੂੰ ਵਿਹਲੜ ਹੈ। ਗੁਰੂ ਨਾਨਕ ਦਾ ਸਿੱਖ ਨਹੀਂ, ਕਿਸੇ ਜੋਗੀ ਦਾ ਚੇਲਾ ਤੇ ਹੋ ਸਕਦਾ ਤੂੰ। ਗੁਰੂ ਨਾਨਕ ਦਾ ਸਿੱਖ ਹੋਇਆ ਜਿਹੜਾ ਕਿਰਤ ਕਰਦਾ ਹੈ। ਤੁਹਾਡੇ ਗੁਰੂ ਨੇ ਕਿਰਤ ਕੀਤੀ ਹੈ ਔਰ ਕਰਕੇ ਤੁਹਾਨੂੰ ਦੱਸੀ ਹੈ। 17 ਸਾਲ ਮੋਦੀਖਾਨਾ ਚਲਾਇਆ। ਸਾਡੀ ਗਲਤੀ ਕੀ ਹੈ? ਬਾਬੇ ਨਾਨਕ ਨੇ ਜੀ 1 ਤੋਲਿਆ, 2 ਤੋਲੇ, 3 ਤੋਲੇ, 4, 5, 6, 7, 8, 9, 10, 11, 12, 13, ਫਿਰ 13, 13, 13, ਬਸ 17 ਸਾਲ ਪੂਰੇ ਕਰਤੇ। ਕਿੱਦਾਂ ਦੀ ਕੌਮ ਹੈ? 17 ਸਾਲ 13 13 ਹੀ ਤੋਲਤਾ, ਉਦੋਂ ਅੱਗੇ ਤੁਰੇ ਹੀ ਨਹੀਂ। 17 ਸਾਲ ਸੱਚੇ ਪਾਤਸ਼ਾਹ ਨੇ ਮੋਦੀਖਾਨਾ ਚਲਾਇਆ। ਬੜਾ ਲੰਬਾ ਸਮਾਂ ਸਤਿਗੁਰੂ ਆਪਣੇ ਪਰਿਵਾਰ ਵਿੱਚ ਰਹੇ ਨੇ। ਤੁਸੀਂ ਦੱਸ ਦਿਓ, ਅੱਜ ਤੁਸੀਂ ਲੜਕੀ ਵਿਆਹ ਕੇ ਲਿਆਉਨੇ ਹੋ, ਸਵੇਰੇ ਤੁਹਾਨੂੰ ਆਬੂ ਧਾਬੀ ਚੜੀ ਹੁੰਦੀ ਹੈ, ਉਹ ਤੁਹਾਡੇ ਭਾਗਾਂ ਨੂੰ ਇੱਥੇ ਰੋਈ ਜਾਂਦੀ ਹੈ ਤੇ ਤੁਸੀਂ ਬਾਹਰ ਜਾ ਕੇ ਉੱਥੇ ਖੱਟਣ ਕਮਾਉਣ ਤੁਰੇ ਹੋ। ਤੇ ਗੱਲਾਂ ਤੁਸੀਂ ਉਸ ਬਾਬੇ ਨਾਨਕ ਨੂੰ ਕਰਦੇ ਹੋ ਜਿਹੜੇ 17 ਸਾਲ ਆਪਣੇ ਪਰਿਵਾਰ ਵਿੱਚ ਰਹੇ ਨੇ, ਜਿਨ੍ਹਾਂ ਨੇ 18 ਸਾਲ ਖੇਤੀ ਕੀਤੀ ਹੈ। ਤੁਸੀਂ ਰੋਜ਼ ਆ ਕੇ ਕਹਿੰਦੇ ਜੀ ਵਿਹਲੇ ਰਹਿੰਦੇ ਆ ਜੀ। ਕਿਹੜੇ ਮੂੰਹ ਨਾਲ ਕਹਿੰਦੇ? ਕਿਹੜੇ ਗੁਰੂ ਨੂੰ ਕਹਿੰਦੇ ਹੋ ਤੁਸੀਂ?
ਉਸ ਗੁਰੂ ਨੂੰ ਕਹੋ ਜਿਹੜਾ ਸੁਆਹ ਮਲ ਕੇ ਕਿਤੇ ਬਾਹਰ ਪਿਆ ਹੋਵੇ ਹੱਡਾ ਰੋੜੀ 'ਚ। ਆਪਣੇ ਕਿਰਤੀ ਗੁਰੂ ਨੂੰ ਕਦੇ ਨਾ ਆ ਕੇ ਕਹਿਣਾ। ਤੁਹਾਡੇ ਗੁਰੂ ਦਾ ਪਹਿਲਾ ਹੁਕਮ ਹੈ ਕਿਰਤ ਕਰਨੀ, ਦੂਜਾ ਹੈ ਨਾਮ ਜਪਣਾ, ਤੀਜਾ ਹੈ ਵੰਡ ਛਕਣਾ। ਜਿਹੜਾ ਇਸ ਅਸੂਲਾਂ ਨੂੰ ਮੰਨੇਗਾ, ਸਾਰੀ ਦੁਨੀਆ ਤੁਹਾਡੇ ਮਗਰ ਤੁਰੇਗੀ। ਜਦੋਂ ਤੁਸੀਂ ਆਪਣੇ ਇਹ ਤਿੰਨ ਸਿਧਾਂਤ ਲੈ ਕੇ ਚੱਲੋਗੇ, ਇਹਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ, ਆਪਣੀ ਗੋਦ ਵਿੱਚ ਬਿਠਾ ਕੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ। ਸਮੂਹ ਪ੍ਰਬੰਧਕ ਸੇਵਾਦਾਰਾਂ ਦਾ, ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜੋ ਸਮਾਂ ਵੰਡ ਕਰਦੇ ਆ ਆਪ ਜੀ ਦੇ ਦਰਸ਼ਨ ਕਰਵਾਉਂਦੇ ਨੇ। ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਦੇਣ, ਆਪਣੇ ਦਰ ਘਰ ਦੀ ਸੇਵਾ ਲੈਣ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਨੇ, ਉਸ ਦਾ ਪਾਠ ਸਰਵਣ ਕਰੀਏ। ਹਾਂਜੀ। ਜਹ ਜਹ ਪੇਕੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।